ਵਾਹਿਗੁਰੂ जी का खालसा वाहिगुरू जी की फतेह। किसान मोर्चे ਦੇ ਨਾਲ ਸੰਬੰਧਿਤ ਜਿਹੜਾ ਵੀ ਕੋਈ ਵੀਰ ਭੈਣ ਜੁੜਿਆ ਹੋਇਆ ਉਹਦੇ ਮਨ ਦੇ ਅੰਦਰ ਇੱਕ ਅੱਜ ਸਵਾਲ ਆ ਕਿ ਕੀ 26 ਜਨਵਰੀ ਤੋਂ ਬਾਅਦ ਮੋਰਚੇ ਦੇ ਵਿੱਚ ਜਿਹੜਾ ਇਕੱਠ ਆ ਗਿਣਤੀ ਆ ਕਿਸਾਨਾਂ ਦੀ ਜਾਂ ਰੁਚੀ ਕਹਿ ਲਵੋ ਉਹ ਘੱਟ ਹੋ ਗਈ ਆ ਕਿ ਜਾਂ ਉੱਥੇ ਉਸੇ ਤਰ੍ਹਾਂ ਉਹ ਗਿਣਤੀ ਬਰਕਰਾਰ ਆ ਜਾਂ ਵੱਧ ਰਹੀ ਆ। 26 ਜਨਵਰੀ ਦੀ ਘਟਨਾ ਤੋਂ ਬਾਅਦ ਇੱਕਦਮ ਇਸੇ ਤਰ੍ਹਾਂ ਹੀ ਸਾਰਿਆਂ ਨੇ ਮਹਿਸੂਸ ਕੀਤਾ ਕਿ ਸ਼ਾਇਦ ਇਹ ਜਿਹੜੀ ਗਿਣਤੀ ਆ ਇਹ ਘਟ ਰਹੀ ਆ। ਤੇ ਉਹਦੇ ਵਿੱਚ ਇੱਕ ਹੋਰ ਘਟਨਾ 27 ਨਵੰਬਰ ਨੂੰ ਜਿਹੜੀ ਜੁੜੀ ਉਹ ਸੀ ਰਕੇਸ਼ ਟਕੈਤ ਵਾਲੀ। ਉਸ ਆਗੂ ਨੇ ਜਿਹੜਾ ਬਿਆਨ ਦਿੱਤਾ ਕਿ ਸਾਨੂੰ ਇੱਥੋਂ ਪੁਲਿਸ ਜਿਹੜੀ ਹਟਾ ਕੇ ਵਿਖਾਵੇ, ਹੱਥ ਲਾ ਕੇ ਵਿਖਾਵੇ, ਤਾਂ ਉਹਨੇ ਉਸ ਜਿਹੜੀ ਅਪੀਲ ਕੀਤੀ ਉਹ ਰੋਂਦਿਆਂ ਹੋਇਆਂ ਭਾਵੁਕ ਵੀ ਹੋ ਗਿਆ, ਉਹਦੇ ਅਥਰੂ ਵੀ ਡਿੱਗੇ। ਤਾਂ ਜਿਹੜੇ ਗਾਜ਼ੀਪੁਰ ਦੇ ਬਾਰਡਰ ਦੇ ਉੱਤੇ ਲੋਕ ਬੈਠੇ ਹੋਏ ਸਨ ਉਹ ਹੋਰ ਗਿਣਤੀ ਵੱਧ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਰਾਤੋਂ ਰਾਤ ਜਿਹੜੇ ਕਿਸਾਨ ਆ ਉਹ ਆਪਣੇ ਟਰੈਕਟਰ ਲੈ ਕੇ ਤੇ ਉੱਥੇ ਪਹੁੰਚ ਗਏ। ਪਰ ਦੂਸਰੇ ਪਾਸੇ ਜਦੋਂ ਦੇਖਿਆ ਜਾਵੇ 27 ਜਨਵਰੀ ਨੂੰ ਜਿਹੜੇ ਸਿੰਘੂ ਬਾਰਡਰ 'ਤੇ ਸਨ ਜਾਂ ਟਿੱਕਰੀ ਬਾਰਡਰ 'ਤੇ ਜਾਂ ਆਪਣਾ ਜਿਹੜਾ ਕੁੰਡਲੀ ਬਾਰਡਰ ਆ ਉਹਦੇ ਉੱਤੇ ਜਿਹੜੇ ਲੋਕ ਬੈਠੇ ਹੋਏ ਸਨ, ਜਦੋਂ ਇੱਕਦਮ ਟਰਾਲੀਆਂ ਵਾਪਸ ਜਾਣੀਆਂ ਸ਼ੁਰੂ ਹੋਈਆਂ ਤਾਂ ਕੁਝ ਲੋਕਾਂ ਨੇ ਇਸੇ ਤਰ੍ਹਾਂ ਪ੍ਰਚਾਰਿਆ ਪਹਿਲਾਂ ਪਹਿਲ ਕਿ ਸਾਰਾ ਮੋਰਚਾ ਹੀ ਵਾਪਸ ਜਾ ਰਿਹਾ। ਹਾਲਾਂਕਿ ਇਹ ਜਿਹੜਾ 26 ਜਨਵਰੀ ਵਾਸਤੇ ਜਿਹੜੀ ਕਿਸਾਨ ਟਰੈਕਟਰ ਰੈਲੀ ਕੱਢੀ ਜਾਣੀ ਸੀ ਦਿੱਲੀ ਦੇ ਵਿੱਚ, ਉਹਦੇ ਲਈ ਵਿਸ਼ੇਸ਼ ਤੌਰ 'ਤੇ ਨੌਜਵਾਨ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਉੱਥੇ ਸਿਰਫ 26 ਜਨਵਰੀ ਦੀ ਪਰੇਡ ਦੇ ਵਿੱਚ ਸ਼ਾਮਲ ਹੋਣ ਲਈ ਗਏ ਸਨ। ਤਾਂ ਉਹ ਵਾਪਸ ਚੱਲੇ। ਉਹ ਗਏ ਤਾਂ 3-4 ਦਿਨ ਲਾ ਕੇ ਸਨ, ਪਰ ਜਦੋਂ ਉੱਥੋਂ ਵਾਪਸ ਤੁਰੇ ਤਾਂ ਉਹ ਇੱਕੋ ਹੀ ਦਿਨ ਹੀ ਤੁਰ ਪਏ। ਤਾਂ ਇਸ ਤਰ੍ਹਾਂ ਵੀ ਇਹ ਇੱਕਦਮ ਭੁਲੇਖਾ ਗਿਆ ਤੇ ਸ਼ਾਇਦ ਸਾਰੇ ਬਾਰਡਰਾਂ ਦੇ ਉੱਤੋਂ ਜਿਹੜੇ ਲੋਕ ਆ ਉਹ ਤੁਰ ਪਏ ਨੇ। ਕੁਝ ਘਟਨਾਵਾਂ ਜਿਹੜੀਆਂ 26 ਜਨਵਰੀ ਨੂੰ ਵਾਪਰੀਆਂ, ਉੱਥੇ ਜਿਵੇਂ ਟਕੈਤ ਨੇ ਇੱਕ ਜਾਂ ਉੱਥੋਂ ਦੀ ਸਥਾਨਕ ਸੰਗਤ ਜਿਹੜੇ ਕਿਸਾਨ ਸਨ ਉਹਨਾਂ ਨੇ ਇਹ ਫੈਸਲਾ ਕੀਤਾ ਸੀ ਕਿ ਇੱਥੇ ਪੁਲਿਸ ਸਾਨੂੰ ਹੱਥ ਲਾ ਕੇ ਵਿਖਾਵੇ ਚਾਹੇ ਕਿਸੇ ਦੇ ਕੇਸ ਦਰਜ ਹੋਇਆ। ਤਾਂ ਇਸੇ ਤਰ੍ਹਾਂ ਹੀ ਬਾਕੀ ਬਾਰਡਰਾਂ ਵਾਲਿਆਂ ਨੂੰ ਵੀ ਜਿਹੜੇ ਆਗੂ ਸਨ, ਖਾਸ ਕਰਕੇ ਸੰਯੁਕਤ ਮੋਰਚਾ, ਉਸ ਨੂੰ ਵੀ ਇਹ ਜਿਹੜਾ ਪੈਂਤੜਾ ਅਪਣਾਉਣਾ ਚਾਹੀਦਾ ਸੀ, ਡਟ ਕੇ ਹਮਾਇਤ ਕਰਨੀ ਚਾਹੀਦੀ ਸੀ ਕਿ ਜਿਹੜੇ ਲਾਲ ਕਿਲ੍ਹੇ 'ਤੇ ਗਏ ਨੇ ਤਾਂ ਉਹਨਾਂ ਨੂੰ ਲਿਜਾਣ ਵਾਲੇ ਖਾਸ ਕਰਕੇ ਜਿਨ੍ਹਾਂ ਨੇ ਉਕਸਾਇਆ ਜਾਂ ਜਿਹੜੇ 2-4 ਇਹੋ ਜਿਹੇ ਬੰਦੇ ਹੋਣਗੇ ਕਿ ਜਿਨ੍ਹਾਂ ਨੇ ਉਸ ਪਾਸੇ ਨੂੰ ਵਹੀਰ ਦਾ ਮੂੰਹ ਮੋੜ ਦਿੱਤਾ, ਤਾਂ ਉਹਨਾਂ ਨੂੰ ਪਛਾਣਿਆ ਜਾਵੇ ਤੇ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ। ਪਰ ਸੰਯੁਕਤ ਮੋਰਚੇ ਦੇ ਆਗੂਆਂ ਨੇ ਉਹ ਸਮਾਂ ਖੁੰਝਾ ਦਿੱਤਾ, ਕੁਛ ਲੇਟ ਹੋ ਗਏ ਤੇ ਇਹ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਸਾਰੇ ਏਜੰਟ ਨੇ, ਸਾਰੇ ਗਦਾਰ ਨੇ। ਇਹ ਠੀਕ ਆ ਕਿ ਉਹਨਾਂ ਨੇ ਜਾਬਤਾ ਭੰਗ ਕੀਤਾ। ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਬੇਨਤੀ ਕੀਤੀ ਸੀ ਕਿ ਜਿਹੜੇ ਉੱਥੇ ਉਹਨਾਂ ਨੂੰ ਲਿਜਾਣ ਵਾਲੇ ਨੇ ਉਹਨਾਂ ਦੀ ਕੋਈ ਸੋਚ ਹੋਰ ਤਰ੍ਹਾਂ ਦੀ ਹੋ ਸਕਦੀ ਆ ਜਾਂ ਉਹਨਾਂ ਦੀ ਕੋਈ ਆਪਣੀ ਜਿਹੜੀ ਆ ਪਿੱਛੇ ਕੋਈ ਸਵਾਰਥ ਭਾਵਨਾ ਕੰਮ ਕਰ ਸਕਦੀ ਆ। ਪਰ ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਜਾਣ ਵਾਲੇ ਲੋਕ ਸਨ, ਕਿਸਾਨ ਸਨ, ਉਹ ਭੋਲੇ ਭਾਅ ਹੀ ਉੱਥੇ ਉੱਧਰ ਨੂੰ ਤੁਰ ਪਏ। ਅਤੇ ਉੱਥੇ ਜਦੋਂ ਆਪਾਂ 26 ਦੀ ਲੋਕਾਂ ਨੂੰ ਸੁਨੇਹਾ ਲਾਇਆ ਕਿ ਤੁਸੀਂ ਦਿੱਲੀ ਵਿੱਚ ਆਓ, ਟਰੈਕਟਰ ਪਰੇਡ ਜਿਹੜੀ ਉਹ ਹੋਣੀ ਆ, ਤਾਂ ਕਿਸਾਨ ਆਗੂਆਂ ਦਾ ਵੀ ਫਰਜ਼ ਬਣਦਾ ਸੀ ਕਿ ਜਦੋਂ ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਪਹੁੰਚ ਗਏ ਆ ਤਾਂ ਉਸ ਦਾ ਪ੍ਰਬੰਧ ਕੀਤਾ ਜਾਂਦਾ। ਜਿਹੜਾ ਦੱਸਿਆ ਹੋਇਆ ਬਣਾਇਆ ਹੋਇਆ ਰੂਟ ਸੀ ਸਰਕਾਰ ਦੇ ਨਾਲ ਰਲ ਕੇ, ਉੱਥੇ ਖਾਸ ਬੈਰੀਕੇਡ ਪਹਿਲਾਂ ਕੀਤੀ ਜਾਂਦੀ। ਇਹ ਲਗਾਤਾਰ 2 ਦਿਨ ਉੱਥੇ ਮੌਕਾ ਵਾਰਦਾਤ ਆਪ ਪਹਿਲਾਂ ਦੇਖਦੇ, ਪ੍ਰਬੰਧ ਵੇਖਦੇ। ਸੋ ਉੱਥੇ ਇਹਨਾਂ ਦੀ ਥੋੜ੍ਹੀ ਜਿਹੀ ਜਿਹੜੀ ਘਾਟ ਰਹੀ, ਉਹਦੇ ਤੋਂ ਮੁਨਕਰ ਨਹੀਂ ਕੋਈ ਵੀ ਆਗੂ ਹੋ ਸਕਦਾ। ਸੋ ਜਿਹੜਾ ਫੜੋ ਫੜਾਈ ਦਾ ਸਿਲਸਿਲਾ ਚੱਲਿਆ ਤੇ ਨੌਜਵਾਨ ਤੇ ਜਾਂ ਉਹਨਾਂ ਦੇ ਜਿਹੜੇ ਪਿੱਛੇ ਮਾਪੇ ਆ ਉਹ ਥੋੜ੍ਹੇ ਉਦਾਸ ਹੋ ਗਏ। ਤਾਂ ਇਸ ਕਾਰਨ ਲੱਗਦਾ ਆ ਕਿ ਕੁਛ ਜਿਹੜੀ ਉੱਥੇ ਗਿਣਤੀ ਆ ਉਹ ਘੱਟ ਹੋਈ ਆ। ਦੂਸਰਾ ਕਾਰਨ ਇਹ ਵੀ ਹੋ ਸਕਦਾ ਕਿ ਜਿਹੜੇ 26 ਨਵੰਬਰ 27 ਨਵੰਬਰ ਤੋਂ ਜਾ ਕੇ ਦਿੱਲੀ ਲਗਾਤਾਰ ਇਹ 2-2.5 ਮਹੀਨੇ ਕਿਸਾਨ ਬੈਠੇ ਹੋਏ ਸਨ, ਉਹ ਵੀ 26 ਦੀ ਪਰੇਡ ਤੋਂ ਬਾਅਦ ਥੋੜ੍ਹਾ ਜਿਹਾ ਇੱਕ ਵਾਰੀ ਘਰ ਵਿੱਚ ਗੇੜਾ ਮਾਰਨ ਵਾਸਤੇ 2-4 ਦਿਨ ਲਈ ਕਹਿ ਲਈਏ ਕਿ ਜਿਵੇਂ ਆਪਣੇ ਪਰਿਵਾਰ ਦੇ ਕੋਈ ਪ੍ਰਬੰਧ ਜਾਂ ਰੁਝੇਵੇਂ ਸਨ ਜਿਹੜੇ ਉਹਨਾਂ ਨੂੰ ਰੋਕ ਕੇ ਰੱਖਿਆ ਹੋਇਆ ਸੀ 26 ਤੱਕ, ਤਾਂ ਉਹ ਵੀ ਵਾਪਸ ਆਪੋ ਆਪਣੇ ਘਰਾਂ ਦੇ ਵਿੱਚ ਪਰਤੇ ਨੇ। ਪਰ ਜਦੋਂ ਤੁਸੀਂ ਉੱਥੇ ਧਿਆਨ ਨਾਲ ਦੇਖੋਗੇ ਕਿ ਜਿੰਨੀਆਂ ਉੱਥੇ ਟਰਾਲੀਆਂ ਸਨ, ਜਿੰਨੇ ਉੱਥੇ ਪਹਿਲਾਂ ਦੇ ਤੰਬੂ ਲੱਗੇ ਹੋਏ ਆ, ਉਹ ਉਸੇ ਤਰ੍ਹਾਂ ਹੀ ਉੱਥੇ ਲੱਗੇ ਹੋਏ ਨੇ।
ਤੇ ਉਹਨਾਂ ਤੰਬੂਆਂ ਦੇ ਵਿੱਚ ਜਾਂ ਟਰਾਲੀਆਂ ਦੇ ਵਿੱਚ ਇਹ ਸੱਚਾਈ ਆ, ਇਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਵਾਕਿਆ ਹੀ ਥੋੜ੍ਹੀ ਗਿਣਤੀ ਘੱਟ ਜ਼ਰੂਰ ਹੋਈ ਆ। ਤੇ ਉਹਨਾਂ ਤੰਬੂਆਂ ਦੇ ਵਿੱਚ, ਟਰਾਲੀਆਂ ਦੇ ਵਿੱਚ ਜਿੱਥੇ 10-10 ਜਾਂ 15-15 ਕਿਸਾਨ ਸੌਂਦੇ ਸਨ, ਉੱਥੇ ਗਿਣਤੀ ਲਗਭਗ ਅੱਧ ਕੁ ਦੇ ਬਰਾਬਰ ਰਹਿ ਗਈ ਆ। ਇੱਕ ਦਿਨ ਅਸੀਂ ਖਾਲਸਾ ਏਡ ਦੇ ਸ਼ੈਲਟਰ ਹੋਮ ਜਿਹੜਾ ਉਹਨਾਂ ਨੇ ਬਣਾਇਆ, ਉੱਥੇ ਖਾਲਸਾ ਏਡ ਵਾਲਿਆਂ ਕੋਲ ਵੀ ਪਹੁੰਚੇ ਸੀ, ਤਾਂ ਉਹਨਾਂ ਨੇ ਵੀ ਕਿਹਾ ਕਿ ਸਾਡੇ ਕੋਲ ਪਹਿਲਾਂ ਸ਼ਾਮ ਨੂੰ ਇੱਥੇ ਰੈਣ ਬਸੇਰੇ ਦੇ ਵਿੱਚ ਸੌਣ ਵਾਸਤੇ ਬਹੁਤ ਲੰਬੀਆਂ ਕਤਾਰਾਂ ਲੱਗਦੀਆਂ ਸਨ। ਸ਼ਾਮ ਨੂੰ ਉਹ ਟੋਕਨ ਦਿੰਦੇ ਸਨ, ਉਹ ਵੀ ਜਿਹੜੀ ਉੱਥੇ ਗਿਣਤੀ ਥੋੜ੍ਹੀ ਘੱਟ ਸਾਨੂੰ ਦਿਖਾਈ ਦਿੰਦੀ ਆ ਕਿ ਹੁਣ ਆਰਾਮ ਨਾਲ ਹੀ ਉੱਥੇ ਜਿਹੜਾ ਆ ਸਥਾਨ ਉਹਨਾਂ ਨੂੰ ਸੌਣ ਵਾਸਤੇ ਮਿਲ ਸਕਦਾ। ਇਸ ਤਰ੍ਹਾਂ ਵੱਖ-ਵੱਖ ਜਿਹੜੇ ਲੰਗਰ ਆ, ਉੱਥੇ ਤੁਸੀਂ ਸੰਗਤ ਦੀ ਭਰਮਾਰ ਦੇਖ ਸਕਦੇ ਹੋ। ਪਹਿਲਾਂ ਸੰਗਤ ਨੂੰ ਰੋਕਣਾ ਪੈਂਦਾ ਸੀ, ਲਾਈਨਾਂ ਲਾਉਣੀਆਂ ਪੈਂਦੀਆਂ ਸੀ, ਫਿਰ ਜਾ ਕੇ ਤੇ ਉਹਨਾਂ ਨੂੰ ਪ੍ਰਸ਼ਾਦੇ ਪਾਣੀ ਵਾਸਤੇ ਉੱਥੇ ਜਗ੍ਹਾ ਮਿਲਦੀ ਸੀ। ਥੋੜ੍ਹਾ ਸਮਾਂ ਲੱਗਦਾ ਸੀ, ਵੇਟ ਕਰਨੀ ਪੈਂਦੀ ਸੀ। ਪਰ ਹੁਣ ਤੁਸੀਂ ਬਹੁਤੇ ਲੰਗਰਾਂ ਦੇ ਵਿੱਚ ਵੇਖੋਗੇ ਕਿ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ, ਕੋਈ ਭੀੜ ਨਹੀਂ ਆ, ਤੇ ਬੜੇ ਆਰਾਮ ਦੇ ਨਾਲ ਸਾਰਾ ਪ੍ਰਸ਼ਾਦਾ ਪਾਣੀ ਜਿਹੜਾ ਉਹ ਛਕਿਆ ਜਾ ਸਕਦਾ। ਹੁਣ ਅਗਲੀ ਗੱਲ ਆ ਕਿ ਕੀ ਇਹ ਭੀੜ ਹੋਰ ਘਟੇਗੀ ਜਾਂ ਉੱਥੇ ਇਕੱਠ ਜਿਹੜਾ ਆ ਉਹ ਕਿਸਾਨਾਂ ਦਾ ਵਧੇਗਾ। ਤਾਂ ਇਹ ਜਿਵੇਂ ਹੁਣ ਕਿਸਾਨਾਂ ਨੇ ਜਿਹੜਾ ਪਹਿਲਾਂ ਉਹਨਾਂ ਨੂੰ ਫੈਸਲਾ ਕਰਨਾ ਚਾਹੀਦਾ ਸੀ, ਜਿਹੜਾ ਉਹਨਾਂ ਨੂੰ ਪਹਿਲਾਂ ਹਮਾਇਤ ਕਰਨੀ ਚਾਹੀਦੀ ਸੀ, ਜਿਹੜੀ ਡਟ ਕੇ ਗੱਲ ਕਰਨੀ ਚਾਹੀਦੀ ਸੀ, ਉਹ ਹੁਣ ਉਹਨਾਂ ਨੇ ਅਪਣਾ ਲਈ ਆ ਕਿ ਜਿੰਨੇ ਵੀ ਉੱਥੇ ਕਿਸਾਨ ਗਏ, ਜਿਨ੍ਹਾਂ ਦੇ ਉੱਤੇ ਕੇਸ ਦਰਜ ਹੋਏ ਨੇ ਜਾਂ ਜਿਨ੍ਹਾਂ ਨੂੰ ਕੋਈ ਨੋਟਿਸ ਆਇਆ ਜਾਂ ਜੇਲ੍ਹਾਂ ਦੇ ਵਿੱਚ ਉਹਨਾਂ ਦੀਆਂ ਜ਼ਮਾਨਤਾਂ ਵਾਸਤੇ ਤੇ ਉਹਨਾਂ ਨੂੰ ਕੇਸਾਂ ਤੋਂ ਬਚਾਉਣ ਵਾਸਤੇ ਉਹ ਹੁਣ ਹਰ ਤਰ੍ਹਾਂ ਦੀ ਜਿਹੜੀ ਆ ਉਹ ਸਹਾਇਤਾ ਤੇ ਹਮਾਇਤ ਜਿਹੜੀ ਆ ਉਹ ਦੇਣ ਵਾਸਤੇ ਤਿਆਰ ਹੋ ਗਏ। ਹੁਣ ਲਗਾਤਾਰ ਉਹਨਾਂ ਦੇ ਬਿਆਨ ਆ ਰਹੇ ਨੇ ਤੇ ਇਸ ਇਕੱਠ ਨੂੰ ਬਹੁਤ ਛੇਤੀ ਜਿਹੜਾ ਆ ਉਹ ਵਾਧੇ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਕਿਸਾਨਾਂ ਦਾ ਉੱਥੇ ਜਿਹੜਾ ਇਕੱਠ ਆ। ਕਿਉਂਕਿ ਜਿਵੇਂ ਯੂਪੀ ਦੇ ਵਿੱਚ ਬਹੁਤ ਵੱਡੀਆਂ ਪੰਚਾਇਤਾਂ ਹੋਈਆਂ, ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਵੀ ਹੋਈਆਂ, ਰਾਜਸਥਾਨ ਦੇ ਵਿੱਚ ਵੀ, ਤੇ ਪੰਜਾਬ ਦੇ ਵਿੱਚ ਵੀ ਜਗਰਾਓਂ ਇੱਕ ਬਹੁਤ ਵੱਡੀ ਮਹਾਂ ਪੰਚਾਇਤ ਜਿਹੜੀ ਕਿਸਾਨਾਂ ਦੀ ਆ, ਉਹ ਬਹੁਤ ਵੱਡਾ ਇਕੱਠ ਹੋਇਆ। ਹੁਣ ਪੰਜਾਬ ਤੋਂ ਬਾਹਰ ਤੇ ਜਿਹੜੇ ਹੋਰ ਸੂਬੇ ਆ ਉੱਥੇ ਜਾ ਕੇ ਮਹਾਰਾਸ਼ਟਰ ਤੱਕ ਵੀ ਜਿਹੜੇ ਆ ਉਹ ਇਸ ਤਰ੍ਹਾਂ ਦੀਆਂ ਪੰਚਾਇਤਾਂ ਕੀਤੀਆਂ ਜਾ ਰਹੀਆਂ। ਸੋ ਫਿਰ ਦੁਬਾਰਾ ਇੱਕ ਸੰਗਠਿਤ ਰੂਪ ਜਿਹੜਾ ਸਾਨੂੰ ਆ ਉਹ ਦੇਖਣ ਨੂੰ ਮਿਲੂਗਾ। ਕਿਸਾਨ ਜਿਹੜੇ ਆ ਉਹ ਫਿਰ ਉੱਥੇ ਜਾਣਗੇ ਤੇ ਜਿਹੜਾ ਇੱਕੋ ਨਿਸ਼ਾਨਾ ਲੈ ਕੇ ਸਾਰੇ ਕਿਸਾਨ ਆਪਾਂ ਚੱਲੇ ਹੋਏ ਆ ਕਿ ਇਹ 3 ਕਾਲੇ ਕਾਨੂੰਨ ਜਿਹੜੇ ਆ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਵਾਸਤੇ ਬਣਾਏ ਗਏ ਆ, ਉਹਨਾਂ ਨੂੰ ਰੱਦ ਕਰਵਾ ਕੇ ਹੀ ਉੱਥੋਂ ਉੱਠਣਾ। ਬਾਕੀ ਰਹੀ ਗੱਲ ਕਿ ਇਹਨਾਂ 26 ਵਾਸਤੇ ਤਾਂ ਬਹੁਤ ਸਾਰੇ ਲੋਕਾਂ ਦਾ ਯੋਗਦਾਨ ਸੀ, ਜਿੱਥੇ ਕਿਸਾਨ ਯੂਨੀਅਨ ਵਾਲੇ ਆਪਣਾ ਪੂਰਾ ਤਾਣ ਲਾ ਰਹੇ ਸੀ, ਉੱਥੇ ਨਾਲ ਦੀ ਨਾਲ ਬਹੁਤ ਸਾਰੇ ਜਿਹੜੇ ਕਲਾਕਾਰ ਆ, ਗੀਤ ਗਾਉਣ ਵਾਲੇ ਆ, ਗਾਇਕ ਨੇ, ਉਹਨਾਂ ਨੇ ਵੀ ਆਪਣਾ ਬਹੁਤ ਸਾਰਾ ਯੋਗਦਾਨ ਪਾਇਆ। ਉਹਨਾਂ ਦੇ ਯੋਗਦਾਨ ਨੂੰ ਪਛਾਣ ਨਹੀਂ ਸੁੱਟਿਆ ਜਾ ਸਕਦਾ। ਮੈਂ ਕੁਝ ਕੁ ਨਾਮ ਜਿਵੇਂ ਲੈ ਹੀ ਦਿੰਦਾ ਆ, ਜਿਵੇਂ ਜਸ ਬਾਜਵਾ ਕਹਿ ਸਕਦੇ ਹਾਂ, ਉਹ ਵੀ ਸ਼ੁਰੂ ਤੋਂ ਹੀ ਜਦੋਂ ਤੋਂ ਲੋਕ ਰੇਲਾਂ ਦੇ ਰੋਕਣ ਵਾਸਤੇ ਬੈਠੇ ਸੀਗੇ, ਰੇਲ ਪਟੜੀਆਂ ਦੇ ਉੱਤੇ, ਚਾਹੇ ਉਹ ਜਸ ਬਾਜਵਾ ਸੀ, ਚਾਹੇ ਉਹ ਹਰਫ ਚੀਮਾ ਸੀ, ਤੇ ਖਾਸ ਕਰਕੇ ਇਹਨਾਂ ਦੇ ਵਿੱਚੋਂ ਇੱਕ ਉੱਭਰਦਾ ਤੇ ਗੀਤਾਂ ਰਾਹੀਂ ਜਿਸ ਨੇ ਨੌਜਵਾਨਾਂ ਨੂੰ ਉਸ ਪਾਸੇ ਨੂੰ ਬਹੁਤ ਹਲੂਣਾ ਦਿੱਤਾ, ਉਹ ਸੀ ਕਨਵਰ ਗਰੇਵਾਲ। ਉਹ ਵੀ ਸੀ ਇਸੇ ਤਰ੍ਹਾਂ। ਚਾਹੇ ਲੜਕੀਆਂ ਦੇ ਵਿੱਚ ਬਹੁਤ ਸਾਰੀਆਂ ਗਾਇਕਾਂ, ਉਹਨਾਂ ਨੇ ਵੀ ਆਪੋ ਆਪਣਾ ਜਿਹੜਾ ਰੋਲ ਅਦਾ ਕੀਤਾ, ਅਦਾਕਾਰ ਨੇ ਜਿਹੜੇ, ਉਹਨਾਂ ਨੇ ਵੀ ਉੱਥੇ ਰੋਲ ਅਦਾ ਕੀਤਾ। ਇਸੇ ਤਰ੍ਹਾਂ ਚਾਹੇ ਉਹ ਦੀਪ ਸਿੱਧੂ ਸੀ, ਲੱਖਾ ਸਿਧਾਣਾ ਸੀ, ਇਹਨਾਂ ਸਾਰਿਆਂ ਲੋਕਾਂ ਨੇ ਹੀ ਉਸ ਪਾਸੇ ਨੂੰ ਇਕੱਠ ਨੂੰ ਲਿਜਾਣ ਵਾਸਤੇ ਸਾਰਿਆਂ ਨੇ ਆਪੋ ਆਪਣਾ ਜ਼ੋਰ ਲਾਇਆ। ਪਰ ਜਿਹੜਾ ਜ਼ਾਬਤੇ ਵਿੱਚ ਨਹੀਂ ਰਹਿ ਸਕੇ ਤੇ ਕੁਛ ਉਥਲ ਪੁਥਲ ਹੋਈ, ਤੇ ਉਹਦੇ ਕਾਰਨ ਥੋੜ੍ਹੀ ਹੁਣ ਜਿਹੜੀ ਉੱਥੇ ਗਿਣਤੀ ਆ ਉਹ ਘੱਟ ਜ਼ਰੂਰ ਹੋਈ ਆ। ਪਰ ਜਿਵੇਂ ਹੁਣ ਆਗੂਆਂ ਵੱਲੋਂ ਕੁਝ ਪੈਂਤੜੇ ਅਪਣਾਏ ਗਏ ਆ ਨਵੇਂ, ਅਤੇ ਸਟੈਂਡ ਲਿਆ ਗਿਆ ਆ, ਹਮਾਇਤ ਕੀਤੀ ਗਈ ਆ ਕਿ ਜਿਨ੍ਹਾਂ ਦੇ ਉੱਤੇ ਪਰਚੇ ਦਰਜ ਹੋਏ ਆ ਉਹਨਾਂ ਦੀ ਅਸੀਂ ਹਮਾਇਤ ਕਰਦੇ ਹਾਂ ਤੇ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਊਗਾ ਹਰ ਪੱਖ ਤੋਂ। ਤੇ ਜਿਵੇਂ ਹੁਣ ਮਹਾਂ ਪੰਚਾਇਤਾਂ ਹੋ ਰਹੀਆਂ ਨੇ, ਤੇ ਜ਼ਰੂਰ ਬਹੁਤ ਛੇਤੀ ਹੀ ਕੋਈ ਨਵਾਂ ਵੱਡਾ ਪ੍ਰੋਗਰਾਮ ਜਦੋਂ ਦਿੱਤਾ ਜਾਏਗਾ, ਤੇ ਫਿਰ ਉਸੇ ਤਰ੍ਹਾਂ ਹੀ ਪਹਿਲੀ ਦੀ ਤਰ੍ਹਾਂ ਹੀ ਜਿਹੜੇ ਨੌਜਵਾਨ ਆ, ਕਿਸਾਨ ਆ, ਹਰ ਵਰਗ ਆ, ਉਹ ਉੱਥੇ ਚੜ੍ਹਦੀ ਕਲਾ ਦੇ ਨਾਲ ਜਾ ਕੇ ਹਾਜ਼ਰੀਆਂ ਭਰੇਗਾ। ਤੇ ਮੈਂ ਇੱਕ ਵਾਰੀ ਫਿਰ ਬੇਨਤੀ ਕਰਦਿਆਂ ਕਿ ਜਿਹੜਾ ਵੀ ਕੋਈ ਕਿਸਾਨ ਅਜੇ ਤੱਕ ਇਹਨਾਂ ਧਰਨਿਆਂ ਦੇ ਵਿੱਚ ਸ਼ਾਮਲ ਨਹੀਂ ਹੋਇਆ ਜਾਂ ਕਿਸਾਨਾਂ ਦੇ ਨਾਲ ਹਮਦਰਦੀ ਰੱਖਦਾ ਆ, ਉਸ ਨੂੰ ਜ਼ਰੂਰ ਉੱਥੇ ਜਾਣਾ ਚਾਹੀਦਾ ਆ, ਤਾਂ ਕਿ ਅਸੀਂ ਇਹ ਜਿਹੜੇ 3 ਕਾਲੇ ਕਾਨੂੰਨ ਆ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਵੱਧ ਤੋਂ ਵੱਧ ਜਿਹੜਾ ਸਰਕਾਰ ਦੇ ਉੱਤੇ ਦਬਾਅ ਬਣਾ ਸਕੀਏ। ਸੋ ਚੜ੍ਹਦੀ ਕਲਾ ਦੇ ਵਿੱਚ ਰਹੋ। ਵਾਹਿਗੁਰੂ
सानू ताकत बल बख्शिश करन कि असी इस जुल्म का जिहड़ा नाश कर सकीए, 3 काले कानून जिहड़े रद्द करवा सकीए। वाहिगुरू जी का खालसा, वाहिगुरू जी की फतेह।